ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਸਾਹਿਬ ਜੀਓ। ਸ਼ਬਦ ਸੁਰਤ ਲਿਵ ਲੀਨੋ, ਸਾਧ ਸੰਗਤ ਸਚ ਮੇਲ ਮਿਲਾਇਆ। ਹੁਕਮ ਰਜਾਈ ਚਾਲਣਾ, ਆਪ ਗਵਾਏ ਨ ਆਪ ਜਣਾਇਆ। ਗੁਰ ਉਪਦੇਸ਼ ਆਵੇਸ਼ ਕਰ, ਪਰ ਉਪਕਾਰ ਆਚਾਰ ਲੁਭਾਇਆ। ਪਿਰਮ ਪਿਆਲਾ ਅਪਿਓ ਪੀ, ਸਹਿਜ ਸਮਾਈ ਅਜਰ ਜਰਾਇਆ। ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਇਆ। ਇਕ ਮਨ ਇਕ ਆਰਾਧਨਾ, ਦੁਬਦਾ ਦੂਜਾ ਭਾਉ ਮਿਟਾਇਆ। ਗੁਰਮੁਖ ਸੁਖ ਫਲ ਨਿਜ ਪਦ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਸਤਿਗੁਰੂ ਗਰੀਬ ਨਵਾਜ ਦਾਤਾਰ ਪ੍ਰਭੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੇ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਸਥਾਨ 'ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ, ਤਿੰਨਾਂ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਅਸੀਂ ਸਾਹਿਬਾਨ ਦੇ ਅਮੋਲਕ ਧੁਰ ਦਰਗਾਹੀ ਬਚਨਾਂ ਨੂੰ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਗੁਰੂ ਕਾ ਬਚਨ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਸਾਡਾ ਪਾਰ ਉਤਾਰਾ ਹੋ ਜਾਵੇ। ਜੇ ਗੁਰੂ ਦਾ ਬਚਨ ਹਿਰਦੇ 'ਚ ਵਸੇ, ਫਿਰ ਮਹਾਰਾਜ ਸਾਹਿਬ ਕਹਿੰਦੇ ਆ, ਪਾਣੀ ਡੋਬਦਾ ਨਹੀਂ, ਅੱਗ ਸਾੜ ਨਹੀਂ ਸਕਦੀ। ਗੁਰ ਕਾ ਬਚਨ ਵਸੇ ਜੀ ਨਾਲੇ। ਜੇ ਜੀ ਦੇ ਨਾਲ ਅੰਦਰ ਵਸ ਜਾਵੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਕਹਿੰਦੇ ਨੇ, ਤੇਰੇ ਹਿਰਦੇ ਦੇ ਅੰਦਰ ਸ਼ਬਦ ਘਰ ਕਰ ਗਿਆ
ਤੇ ਉਸ ਸ਼ਬਦ ਦਾ ਧਿਆਨ ਧਰਦਾ, ਸ਼ਬਦ ਦਾ ਜਾਪ ਕਰਦਾ, ਤੇਰੀ ਸੁਰਤ ਸ਼ਬਦ ਵਿੱਚ ਤੇ ਸ਼ਬਦ ਤੇਰੀ ਸੁਰਤ ਵਿੱਚ ਆ ਜਾਵੇਗਾ। ਤੂੰ ਸ਼ਬਦ ਵਿੱਚ ਮਿਲ ਜਾਵੇਂਗਾ, ਸ਼ਬਦ ਰੂਪ ਹੋ ਜਾਵੇਂਗਾ ਤੇ ਸ਼ਬਦ ਤੇਰਾ ਰੂਪ ਹੋ ਜਾਏਗਾ। ਇੱਕ ਮੇਕਤਾ ਹਾਸਲ ਕਰ ਲਏਗੀ ਸੁਰਤ। ਉਹਨਾਂ ਪਾਵਨ ਬਚਨਾਂ ਨੂੰ, ਗੁਰੂ ਮੱਤ ਦੇ ਬਚਨਾਂ ਨੂੰ ਸਾਨੂੰ ਦ੍ਰਿੜ ਕਰਵਾਉਣ ਵਾਸਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਦੀ ਰਚਨਾ ਦੇ ਦੁਆਰਾ, ਉਹਨਾਂ ਦੀਆਂ ਪਾਵਨ ਪਵਿੱਤਰ ਵਾਰਾਂ, ਉਹਨਾਂ ਦੀ ਰਚਨਾ, ਜਿਨ੍ਹਾਂ ਦੀ ਲੜੀਵਾਰ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ 11ਵੀਂ ਵਾਰ ਦੇ ਅੰਦਰ ਪਾਵਨ ਅੱਜ ਬਚਨ ਕਰ ਰਹੇ ਨੇ। ਸੰਸਾਰ ਦੇ ਜੀਵ ਨੇ ਉਹ ਆਏ ਨੇ ਤੇ ਆ ਕੇ ਸੰਸਾਰ ਅੰਦਰ ਸਾਰੇ ਹੀ ਵਿਚਰਦੇ, ਪਰ ਗੁਰਮੁਖ ਜਿਹੜੇ ਨੇ ਉਹਨਾਂ ਦੀ ਨਿਤ ਦੀ ਕਿਰਿਆ ਕੈਸੀ ਹੋਇਆ ਕਰਦੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਉਹ ਰੱਬ ਦੇ ਪਿਆਰਿਆਂ ਦੀ ਨਿਤ ਦੀ ਕਿਰਿਆ ਐਸੀ ਹੈ, ਕਹਿੰਦੇ ਸ਼ਬਦ ਸੁਰਤ ਲਿਵ ਲੀਨ ਹੋ, ਸਾਧ ਸੰਗਤ ਸੱਚ ਮੇਲ ਕਰਾਇਆ। ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਵਸਾ ਕੇ ਆਪਣੀ ਸੁਰਤ ਨੂੰ ਇਕਾਗਰਤ ਬਣਾ ਕੇ ਸ਼ਬਦ ਦੇ ਵਿੱਚ ਲੀਨ ਕਰਦੇ ਨੇ, ਸ਼ਬਦ ਦੇ ਨਾਲ ਮਿਲਾਉਣ ਦਾ ਯਤਨ ਕਰਦੇ। ਜਦੋਂ ਇਹ ਸ਼ਬਦ ਦੇ ਨਾਲ ਮਿਲਾਪ ਹੁੰਦਾ ਹੈ, ਸਾਧ ਸੰਗਤ ਦੇ ਦੁਆਰਾ ਸੰਗਤ ਕਰਦਿਆਂ ਹੋਇਆਂ ਸੱਚ ਸਰੂਪ ਜਿਹੜਾ ਪਰਿਪੂਰਨ ਪਰਮਾਤਮਾ ਹੈ ਨਾ, ਕਹਿੰਦੇ ਸਾਧ ਸੰਗਤ ਵਿੱਚ ਆ ਕੇ ਮਨ ਦੀ ਇਕਾਗਰਤਾ ਬਣਨ ਲੱਗੀ। ਗੁਰੂ ਦੇ ਔਰ ਜਿਹੜੇ ਸਨ ਹਾਵ ਭਾਵ ਉਹ ਪ੍ਰਗਟ ਹੋਣ ਲੱਗੇ, ਕਿਉਂਕਿ ਸਾਧ ਸੰਗਤ ਵਿੱਚ ਸਤਿਗੁਰੂ ਵਸਦਾ ਹੈ। ਇਹਦਾ ਔਰਾ ਐਸਾ ਤਿਆਰ ਹੋਇਆ ਹੁੰਦਾ ਹੈ, ਜਿਵੇਂ ਜ਼ਮੀਨ ਵੱਤਰ ਹੋਵੇ, ਥੋੜ੍ਹਾ ਜਿਹਾ ਬੀਜ ਹੀ ਜ਼ਮੀਨ ਦੇ ਅੰਦਰ ਡਿੱਗ ਪਵੇ ਤੇ ਉਹ ਛੇਤੀ ਉਗਵ ਪੈਂਦਾ। ਅੱਤ ਦੀ ਖੁਸ਼ਕ ਜ਼ਮੀਨ ਹੋਵੇ, ਬੀਜ ਨਹੀਂ ਉਗਵਦਾ। ਇਹ ਸਾਧ ਸੰਗਤ ਦੇ ਵਿੱਚ ਕਿਤੇ ਥੋੜ੍ਹਾ ਜਿਹਾ ਚਿੱਤ ਇਕਾਗਰ ਹੋ ਜਾਵੇ, ਨਾਮ ਦਾ ਬੀਜ ਅੰਦਰ ਡਿੱਗਦਾ ਹੈ ਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ। ਕਹਿੰਦੇ ਉਹਦੇ ਨਾਲ ਜਿਹੜਾ ਸੱਚ ਸਰੂਪ ਪਰਮਾਤਮਾ ਹੈ ਨਾ, ਸਾਧ ਸੰਗਤ ਦੁਆਰਾ ਸੁਰਤ ਦੀ ਇਕਾਗਰਤਾ, ਸ਼ਬਦ ਵੱਲ ਨੂੰ ਸੁਰਤ ਵਧੀ ਔਰ ਉਹਦੇ ਸ਼ਬਦ ਨੂੰ ਜਿਹੜਾ ਹੈ ਆਪਣੇ ਵਿੱਚ ਹਾਸਲ ਕੀਤਾ, ਮੁਲਾਇਆ ਹੈ ਤੇ ਮੇਲ ਮਿਲਾਇਆ ਸਾਧ ਸੰਗਤ ਨੇ ਸੱਚ ਸਤਿਗੁਰੂ ਦੇ ਨਾਲ ਔਰ ਜੀਵ ਤਬ ਦਾ ਮੇਲ ਮਿਲਾ ਦਿੱਤਾ। ਇੱਥੇ ਆ ਕੇ ਸਤਿਗੁਰੂ ਵਾਲੀ ਸੁਰਤ ਉਜਾਗਰ ਹੋ ਗਈ। ਕਹਿਣ ਲੱਗੇ ਜਿਹੜਾ ਗੁਰੂ ਕਾ ਸਿੱਖ ਉਹ ਅੰਦਰ ਦੀ ਦਾਤ ਪਾ ਕੇ, ਅੰਦਰ ਦੀ ਬਖਸ਼ਿਸ਼ ਪਾ ਕੇ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਨੂੰ ਮੰਨਦਾ, ਉਹਨੂੰ ਪਤਾ ਪਰਮਾਤਮਾ ਨੂੰ ਪ੍ਰਵਾਨ ਹੋਣਾ ਤੇ ਹੁਕਮ ਜ਼ਰੂਰੀ। ਜੋ ਕੁਝ ਸੰਸਾਰ ਦੇ ਅੰਦਰ ਨਜ਼ਰ ਆਉਂਦਾ ਹੈ ਉਹ ਸਾਰੇ ਦਾ ਸਾਰਾ ਹੁਕਮ ਅੰਦਰ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਕਹਿੰਦੇ ਹੁਕਮ ਤੋਂ ਬਾਹਰ ਹੀ ਕੋਈ ਨਹੀਂ। ਔਰ ਸੱਚੇ ਪਾਤਸ਼ਾਹ ਕਹਿੰਦੇ ਜੇ ਹੁਕਮ ਦੀ ਸਮਝ ਪੈ ਜਾਵੇ ਔਰ ਕਹਿੰਦੇ ਆ ਫਿਰ ਸੰਸਾਰ ਅੰਦਰ ਮਾਲਕ ਨੂੰ ਉਹ ਪਾ ਲੈਂਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮ ਦੇ ਵਿੱਚ ਫਿਰ ਅਭੇਦ ਹੋਵੇਗਾ ਜੇ ਉਹਦੇ ਹੁਕਮ ਨੂੰ ਮੰਨੇਗਾ। ਰਜ਼ਾਈ ਉਹਦੀ ਰਜ਼ਾ ਵਿੱਚ ਰਹਿਣਾ, ਜੋ ਉਹ ਕਰਦਾ ਹੈ ਉਹਨੂੰ ਕਾਬਲੇ ਕਬੂਲ ਕਰਨਾ, ਉਹਦੇ ਵਿੱਚ ਆਪਣਾ ਭਲਾ ਜਾਣਨਾ। ਕਹਿੰਦੇ ਗੁਰੂ ਕਾ ਸਿੱਖ ਹੁਕਮ ਨੂੰ ਉਹਦੀ ਰਜ਼ਾ ਦੇ ਵਿੱਚ ਚੱਲਣਾ ਪਸੰਦ ਕਰਦਾ ਹੈ। ਮੇਰੇ ਗੁਰੂ ਦਾ ਹੁਕਮ ਹੈ, ਮੇਰੇ ਗੁਰੂ ਦੀ ਇਹ ਰਜ਼ਾ ਹੈ, ਇਹਦੇ ਵਿੱਚ ਮੈਂ ਤੁਰਨਾ ਹੈ।
ਭਾਈ ਸਾਹਿਬ ਕਹਿੰਦੇ ਫਿਰ ਕੀ ਕੀਤਾ, ਹੁਕਮ ਤੇ ਰਜ਼ਾ ਨੂੰ ਕਬੂਲਦਿਆਂ ਚੱਲਦੇ ਨੇ। ਆਪ ਗਵਾਏ ਜਿਹੜੀ ਆਪਣਤ, ਆਪਾ ਭਾਵ ਆਪਣੀ ਹੋਂਦ ਨੂੰ ਉਹਨੇ ਮਿਟਾਇਆ। ਜਿੰਨਾ ਬੀਜ ਧਰਤੀ ਵਿੱਚ ਬੋਨੇ ਆ ਨਾ, ਅਗਰ ਬੀਜ ਆਪਣੀ ਹੋਂਦ ਨਾ ਮਿਟਾਵੇ ਤੇ ਕਦੇ ਵੀ ਉਂਗਰ ਕੇ ਬਾਹਰ ਨਹੀਂ ਆਉਂਦਾ। ਜਿੰਨਾ ਚਿਰ ਬੀਜ ਦਾ ਵਜੂਦ ਮੌਜੂਦ ਹੈ, ਉਹ ਆਪਣੀ ਹੋਂਦ ਨਹੀਂ ਮਿਟਾਉਂਦਾ, ਉਹਨਾਂ ਚਿਰ ਬੀਜ ਉਗਵ ਕੇ ਬਾਹਰ ਨਹੀਂ ਆਉਂਦਾ। ਕਹਿੰਦੇ ਜਿੰਨਾ ਚਿਰ ਸਿੱਖ ਆਪਣਤ ਤੇ ਮੇਰੀ ਮੇਰੀ ਛੱਡਦਾ ਨਹੀਂ, ਉਹਨਾਂ ਚਿਰ ਸੱਚ ਜਾਨਣਾ ਪਰਮਾਤਮਾ ਵੀ ਪ੍ਰਗਟ ਨਹੀਂ ਹੁੰਦਾ, ਉਹਨਾਂ ਚਿਰ ਪਰਮਾਤਮਾ ਵੀ ਨਹੀਂ। ਕਿਉਂਕਿ ਸਾਹਿਬ ਕਹਿੰਦੇ ਆਪ ਮਿਟਾਈਏ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚੁਤਰਾਈ। डॉक्टर मोहम्मद अकबाल जी कहते ने खुद को मिटा दे चाहता है जे किश मर्तबा, दाना मिट्टी से मिलकर गुल से गुलशन होता है। बाग बगीचे तदों बनते ने जदों वो दाना बीज अपनी होंद खत्म कर देंदा है, अपने आप नूं खत्म करदा है। फिर उस बीज दे विचों ऐसी वस्तु ऐसी नवीं चीज़ उंगर के बाहर आती है, वो लोगों लई और अनाज का काम करती है, लोगों लई छाया का काम करती है, फल फुल बन के महकां बनती है, दूजियां दे शरीरां का आधार बनती। सिखा तू उदन किसी लिए कुछ करेगा जिदन अपनी होंद नूं मिटाया। तेरे अंदरों नाम का बीज जिहड़ा है ना फिर उगव के बाहर आवेगा। मैं संखेप अर्ज करा, महाराज ने जो बचन कहे भाई सब कहते ने, उन्हें आप गवाए ना आप जनाया। लोग कहते फल बड़ा मिठा है, फुल बड़े सुगंधी वाले आ, इहदी शाम बड़ी सुंदर आ, बिरछ दी बनावट बनी आ, ते कदे वो बीज ने कहा ही नहीं कि सजनों ये मेरा अंश है ते मैं तो अपना आप सारा जीवन ला दिता है। और बीज का ना नहीं कहते उन्हें ना आप जनाया, आपा नहीं जनाया। कदे फुल की उपमा, कदे फल की उपमा, कदे छां की उपमा, सिख ने सब कुछ करके कहा है गुरु की कृपा है, उन्हें आपा मिटा दिता। तां वो ब्रह्म ज्ञानी बनते ने, तां ब्रह्म साक्षात हुंदा है। जदों ये अवस्था आउंदी वो अपनी होंद नहीं मनते, कहते सब तू है। और वो जल दे अंदर थल दे अंदर सारे पासे वो तू दी धुनी नूं अलापदे ने। और मिलदा उदों जदों आपा ते पराए वाली बिरती मिट जाती, जिन्हों महाराज कबीर साहब कहते ने, कबीर तू करता तू हुआ, मुझ में रहा न हूँ। जब आपा परका मिट गया, जत देखो तत तो अजे दो बिरतियां काम कर दियां ने। बाणी पढ़दा है, सेवा करदा है, सिमरन भी करदा है, साध संगत भी करदा है, धार्मिक कर्म भी करदा है, पर दो बिरतियां काम कर दियां ने। ये मेरा अपना, ये मेरा पराया, ये साडा सतसंगी, ये दूजा है। ये सिख धर्म विच आ सिखिया अजे दो बिरतियां कम कर दियां ने। कहते जिदन दुई मिट गई ना, सब गोबिंद है, सब गोबिंद है, गोबिंद बिन नहीं कोई। कहते जिदन ये गल आ गई ना, उदन याद रखी तेनों हर जर्रे विच परमात्मा नज़र आवेगा, उदन होंद मिट जाएगी, उदन द्वार मिट जाएगी। जब आपा परका मिट गया, जत देखो जिधर भी नदर मारो, जह जह पेखो तह हजूर, दूर कतहु ना जाई, रब रहा सरबत्र मैं मन सदा ते आई। कहते उन्होंने सदा ते आओ, सारे रमिया हुए है, जत देखो तत तू, उधर तू ही नदर आया। और महाराज ने बचन कहे, भाई साहब कहते हो ऐसा आपा नहीं जनाउंदा, वो आपा मटाउंदा है, ते और दूजियां लई चानन मनारा बन जाता है। गल उन्हां दी
ਔਰ ਉਹਨਾਂ ਦੀ ਬਾਣੀ ਹੈ ਜਿਨ੍ਹਾਂ ਆਪਾ ਮਟਾ ਕੇ ਪ੍ਰਭੂ ਵਿੱਚ ਮਿਲਾ ਦਿੱਤਾ, ਆਪਣੀ ਹੋਂਦ ਖਤਮ ਕਰ ਦਿੱਤੀ। ਮਹਾਰਾਜ ਨੇ ਉਹਨਾਂ ਨੂੰ ਆਪਣੀ ਬਰਾਬਰ ਬਿਠਾਇਆ, ਉਹਨਾਂ ਦੇ ਬੋਲਾਂ ਨੂੰ ਆਪਣੇ ਬੋਲਾਂ ਦੀ ਬਰਾਬਰ ਜਗ੍ਹਾ ਦਿੱਤੀ, ਆਪਣੇ ਬੋਲਾਂ ਦੇ ਬਰਾਬਰ, ਔਰ ਉਹਨਾਂ ਨੂੰ ਨਮਸਕਾਰ ਹੋਣ ਦਿੱਤੀ। ਉਹਨਾਂ ਨੂੰ ਉਸ ਕਾਬਲੇ ਤਾਰੀਫ ਬਣਾ ਦਿੱਤਾ ਕਿ ਨਹੀਂ, ਇਹ ਬੋਲ ਕਿਸੇ ਭਗਤ ਦੇ ਨਹੀਂ, ਇਹ ਸਿੱਖ ਦੇ ਭੱਟ ਦੇ ਨਹੀਂ, ਇਹ ਗੁਰੂ ਦੇ ਬੋਲ ਨੇ। ਉਹਨਾਂ ਨੂੰ ਦਰਜਾ ਗੁਰੂ ਦਾ ਮਿਲ ਗਿਆ। ਅਸੀਂ ਕਹਿੰਦੇ ਵੀ ਕਬੀਰ ਬਾਣੀ, ਅਸੀਂ ਕਹਿੰਦੇ ਰਵਿਦਾਸ ਬਾਣੀ, ਨਹੀਂ, ਗੁਰੂ ਕੀ ਬਾਣੀ ਉਹ ਉਦੋਂ ਹੋਈ ਜਦੋਂ ਆਪਾ ਮਟਾ ਦਿੱਤਾ, ਆਪਣੀ ਹੋਂਦ ਹਸਤੀ ਮਟਾ ਦਿੱਤੀ। ਹੁਣ ਉਹ ਤਨ ਨਹੀਂ, ਜੋਤ ਦਿਸਦੀ ਏ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦੇ ਗੁਰ ਉਪਦੇਸ਼ ਆਵੇਸ਼ ਕਰ, ਗੁਰੂ ਦੇ ਉਪਦੇਸ਼ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਮਿਲ ਜਾਣਾ, ਉਹ ਜਿਹਾ ਉਹ ਰੂਪ ਹੋ ਜਾਣਾ। ਕਹਿੰਦੇ ਪਰਉਪਕਾਰ ਆਚਾਰ ਲੋਭਾਇਆ, ਪਰਾਇਆਂ ਦੇ ਉੱਪਰ ਉਪਕਾਰ ਕਰਨਾ, ਆਚਾਰ ਵਿਵਹਾਰ, ਆਪਣਾ ਵਰਤੋਂ ਵਿਵਹਾਰ ਗੁਰੂ ਵਾਲਾ, ਗੁਰਮਤ ਵਾਲਾ ਬਣਾਇਆ। ਜਦੋਂ ਉਹ ਬਣ ਗਿਆ, ਕਹਿੰਦੇ ਉਹ ਪਰਉਪਕਾਰ ਦੇ ਵਿੱਚ ਲੋਭਾਇਆ, ਮੈਂ ਹੋਰ ਪਰਉਪਕਾਰ ਕਰਾਂ, ਹੋਰ ਸੇਵਾ ਕਰਾਂ, ਹੋਰ ਅੱਗੇ ਵਧਾਂ, ਹੋਰ ਨਾਮ ਜਪਾਂ, ਹੋਰ ਭਲਾ ਕਰਾਂ। ਕਹਿੰਦੇ ਇਸ ਦਾ ਹੋਰ ਅੱਗੇ ਨੂੰ, ਜਿਵੇਂ ਸੰਸਾਰੀ ਨੂੰ ਲਾਲਚ ਪਦਾਰਥਾਂ ਦਾ ਨਾ ਹੋਰ ਇਕੱਠੇ ਕਰਾਂ, ਉਹਨੂੰ ਲਾਲਚ ਪਰਮਾਰਥ ਦਾ ਹੈ, ਔਰ ਪਰਾਏ ਦਾ ਭਲਾ ਕਰਨ ਦਾ, ਆਪਣੇ ਲਈ ਨਹੀਂ ਕੁਝ, ਉਹ ਦੂਜੇ ਲਈ ਸਭ ਕੁਝ ਮੰਗਦਾ ਹੈ। ਕਹਿੰਦੇ ਪਿਰਮ ਪਿਆਲਾ ਅਪਿਓ ਪੀ, ਜਿਹੜਾ ਪ੍ਰੇਮ ਦਾ ਪਿਆਲਾ ਪ੍ਰਭੂ ਦੇ ਨਾਮ ਦਾ ਹੈ ਨਾ, ਕਹਿੰਦੇ ਉਹਨੂੰ ਅਮਿਓ ਰਸ ਨੂੰ ਉਹਨੇ ਪੀਣਾ ਕੀਤਾ ਹੈ। ਸਹਿਜ ਸਮਾਈ ਆਧਾਰ ਜਰਾਇਆ, ਕਹਿੰਦੇ ਫਿਰ ਸਹਿਜ ਗਿਆਨ ਦੇ ਸਾਹਿਤ ਹੋ ਕੇ ਔਰ ਸ਼ਾਂਤੀ ਪੂਰਵਕ ਐਨ ਨਿਰਹਲ ਹੋ ਕੇ, ਕਹਿੰਦੇ ਪ੍ਰਭੂ ਵਿੱਚ ਸਮਾਇਆ। ਤੇ ਅਜਾਰਤ ਦਾਤਾਂ ਜਿਹੜੀਆਂ ਕਿਸੇ ਤੋਂ ਸੰਭਾਲੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ਹਿਰਦੇ ਵਿੱਚ ਟਿਕਾ ਕੇ ਕਿਸੇ ਨੂੰ ਜਨਾਉਂਦਾ ਨਹੀਂ ਕਿ ਮੇਰੇ ਕੋਲ ਆ ਵੀ ਹੈ, ਆ ਵੀ ਹੈ। ਕਹਿੰਦਾ ਦਾਤ ਪ੍ਰਭੂ ਦੀ ਹੈ, ਜੋਤ ਪ੍ਰਭੂ ਦੀ ਹੈ, ਉਹ ਮਾਲਕ ਦੇ ਹੁਕਮ ਤੋਂ ਬਗੈਰ ਵਰਤੀ ਨਹੀਂ ਜਾ ਸਕਦੀ। ਉਹ ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ, ਸਭ ਕੁਝ ਤੇਰਾ ਹੈ। ਉਹਨੇ ਉਹਨੂੰ ਜਰ ਕੇ ਰੱਖਿਆ, ਦਿਖਾਇਆ ਨਹੀਂ, ਜਰਿਆ ਸਹਾਰਿਆ। ਇਹ ਨਹੀਂ ਕਿਹਾ ਵੀ ਮੇਰੇ ਕੋਲ ਇੰਨੀਆਂ ਬਖਸ਼ਿਸ਼ਾਂ ਆ ਗਈਆਂ ਨੇ। ਕਹਿੰਦੇ ਫਿਰ ਮਿੱਠਾ ਬੋਲਣ, ਨਿਵ ਚੱਲਣ, ਗੁਰਸਿੱਖਾਂ ਦੀ ਨਿਸ਼ਾਨੀ ਮਿਠਾਸ ਨਾਲ ਬੋਲਣਾ ਤੇ ਨਿਮ ਕੇ ਨਿਰਮਾਨਤਾ ਦੇ ਨਾਲ ਸੰਸਾਰ ਵਿੱਚ ਚੱਲਣਾ। ਔਰ ਕਹਿੰਦੇ ਹੱਥੋਂ ਦੇ ਕੇ ਭਲਾ ਮਨਾਵੇ, ਜੇ ਉਹ ਆਪਣੀ ਕਿਰਤ ਕਮਾਈ ਵਿੱਚੋਂ ਪਰਉਪਕਾਰ ਤੇ ਲਾਉਂਦਾ ਹੈ ਨਾ, ਤੇ ਔਰ ਆਪਣੇ ਹੱਥੀਂ ਕਿਸੇ ਦਾ ਭਲਾ ਕਰਦਾ ਹੈ, ਗੁਰਸਿੱਖ ਕਹਿੰਦਾ ਵੀ ਬਹੁਤ ਚੰਗਾ ਹੋਇਆ, ਅੱਜ ਸਤਿਗੁਰੂ ਨੇ ਸਬੱਬ ਬਖਸ਼ਿਆ, ਮੇਰੀ ਵੀ ਕਿਰਤ ਕਮਾਈ ਸਫਲੀ ਹੋ ਗਈ। ਸਤਿਗੁਰੂ ਨੇ ਸਬੱਬ ਬਖਸ਼ਿਆ, ਸੇਵਾ ਕਰਕੇ ਮੇਰੇ ਹੱਥ ਵੀ ਸਫਲੇ ਹੋ ਗਏ, ਭਲੇ ਕੰਮ ਵੱਲ ਨੂੰ ਚੱਲ ਕੇ ਮੇਰੇ ਕਦਮ ਵੀ ਭਲੇ ਹੋ ਗਏ, ਭਲੀਆਂ ਗੱਲਾਂ ਕਰਕੇ ਮੇਰਾ ਹਿਰਦਾ ਵੀ ਭਲਾ ਕੁਨ ਬਣ ਗਿਆ। ਕਹਿੰਦੇ ਗੁਰਸਿੱਖ ਹੱਥੋਂ ਦੇ ਕੇ ਕਿਸੇ ਨੂੰ ਕੁਝ ਭਲਾ ਮਨਾਉਂਦਾ ਵੀ ਚੰਗਾ ਹੋਇਆ। ਇੱਕ ਮਨ, ਇੱਕ ਆਰਾਧਨਾ, ਇਹ ਸਭ ਕੁਝ ਕਰਦਿਆਂ ਹੋਇਆਂ ਇੱਕ ਮਨ ਇਕਾਗਰਤ ਕਰਕੇ ਇੱਕ ਪ੍ਰਭੂ ਮਾਲਕ ਨੂੰ ਆਰਾਧਨਾ, ਜਪਣਾ, ਸਿਮਰਨਾ, ਔਰ ਉਹਨੂੰ ਆਰਾਧਨਾ ਕਹਿੰਦੇ ਦੁਬਦਾ ਦੂਜਾ ਭਾਉ ਮਟਾਇਆ, ਆਪਣੇ ਅੰਦਰੋਂ ਦਵੈਤ ਭਾਵ ਵਾਲੀ ਬਿਰਤੀ। ਔਰ ਜਿਹੜਾ ਦੂਜਾ ਭਾਉ, ਦੂਜੇ ਪਾਸੇ ਪ੍ਰੇਮ ਲੱਗਾ, ਨਿਰੰਕਾਰ ਤੋਂ ਟੁੱਟ ਕੇ ਸੰਸਾਰ ਵੱਲ ਜਿਹੜਾ ਪ੍ਰੇਮ ਲੱਗਾ ਹੈ, ਔਰ ਉਹਨੂੰ ਜਿਹੜਾ ਮਟਾਇਆ, ਖਤਮ ਕੀਤਾ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਨਿਰੰਕਾਰ ਵੱਲ ਨੂੰ ਜਾਗਿਆ ਹੈ। ਕਹਿੰਦੇ ਗੁਰਮੁਖ ਸੁਖ ਫਲ ਨਿਜ ਪਦ ਪਾਇਆ। ਗੁਰਮੁਖ ਸੁਖ ਰੂਪ ਫਲ ਉਦੋਂ ਪ੍ਰਾਪਤ ਕਰਦਾ ਹੈ ਜਦੋਂ ਨਿਜ ਪਦ, ਉਹ ਮਰਾਤਬਾ, ਉਹ ਮਨਸਬ ਪਾ ਲੈਂਦਾ ਹੈ ਪ੍ਰਭੂ ਵਾਲਾ, ਉਹਦੇ ਵਿੱਚ ਮਿਲ ਜਾਂਦਾ ਹੈ। ਉਹ ਸਕੂਨਦਾਇਕ ਪਦ ਹੈ ਕਿ ਪ੍ਰਭੂ ਦਾ ਰੂਪ ਹੋ ਜਾਣਾ, ਕੋਈ ਹੋਰ ਕਾਮਨਾ ਰਹਿਣੀ ਨਹੀਂ। ਉੱਥੇ ਜਾ ਕੇ ਸਾਹਿਬ ਕਹਿੰਦੇ ਅਵਸਥਾ ਇਹ ਬਣ ਜਾਂਦੀ ਏ, ਸਭੇ ਇੱਛਾ ਪੂਰੀਆ
ਜਾ ਪਾਇਆ ਅਗਮ ਆਪਾਰਾ। ਜਦੋਂ ਪਰਮਾਤਮਾ ਨੂੰ ਪਾ ਲਿਆ ਉਦੋਂ ਇੱਛਾ ਬਾਕੀ ਰਹੀ ਕੋਈ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਨਿਜ ਪਦ ਨੂੰ ਪਾ ਕੇ ਆਤਮਿਕ ਮੰਡਲਾਂ ਦੀ ਸੈਰ ਕਰਦੇ ਤੇ ਉਹਨੂੰ ਮਹਾਰਾਜ ਸਾਹਿਬ ਕਹਿੰਦੇ ਹੋ ਐਸੀ ਅਵਸਥਾ ਤੇ ਪਹੁੰਚਦੇ ਨੇ ਉਹ ਜਨਮ ਮਰਨ ਦੋਹ ਮੈਂ ਨਾਹੀ। ਨਾ ਉਹ ਜੰਮਣ 'ਚ ਆਉਂਦੇ ਨੇ ਨਾ ਉਹ ਮਰਨ 'ਚ ਆਉਂਦੇ ਨੇ, ਕਿਉਂਕਿ ਉਹ ਭੇਜੇ ਆਉਂਦੇ ਨੇ ਸੰਸਾਰ ਦਾ ਭਲਾ ਕਰਕੇ, ਸਰੀਰ ਵਿੱਚ ਸੰਸਾਰ ਵਿੱਚ ਸਫ਼ਰ ਕਰਕੇ, ਲੋਕਾਈ ਦਾ ਭਲਾ ਕਰਦਿਆਂ ਹੋਇਆਂ ਉਡੀਕ ਕਰਦੇ ਕਦ ਸੰਦੇਸ਼ਾ ਆਵੇ, ਕਦੋਂ ਪ੍ਰਭੂ ਆਪਣੇ ਕੋਲ ਬੁਲਾਵੇ। ਕਹਿੰਦੇ ਉਹ ਕਾਹਦੇ ਲਈ ਆਏ ਨੇ? ਕਹਿੰਦੇ ਜਨ ਪਰ ਉਪਕਾਰੀ ਆਏ। ਉਹ ਜਨ ਜਿਹੜੇ ਰੱਬ ਦੇ ਸੇਵਕ ਹੈ ਨਾ, ਉਹ ਪਰਉਪਕਾਰ ਵਾਸਤੇ ਆਉਂਦੇ ਨੇ। ਜੀਅ ਦਾਨ ਦੇ ਭਗਤੀ ਲਾਇਨ, ਜੀਵਾਂ ਨੂੰ ਨਾਮ ਦਾ ਦਾਨ ਜਿੰਦ ਨਾਲ ਨਿਭਣ ਵਾਲਾ ਨਾਮ ਦਾ ਦਾਨ ਦੇ ਕੇ ਭਗਤੀ ਲਾਇਆ ਨਾ ਤੇ ਹਰਸਿਓ ਲੈਣ ਮੁਲਾਏ। ਉਸ ਜੀਵ ਨੂੰ ਰੱਬ ਨਾਲ ਮੇਲ ਲੈਂਦੇ ਜਿੱਥੇ ਆਪ ਜੁੜੇ ਹੋਏ, ਬਈ ਮੇਰੇ ਨਾਲ ਨਹੀਂ ਤੂੰ ਇਹਦੇ ਨਾਲ ਜੁੜ, ਇਹਨੇ ਤੈਨੂੰ ਸੁੱਖ ਦੇਣਾ, ਉਹਦੇ ਨਾਲ ਜੁੜਦਾ ਹੈ। ਤੇ ਜਿਹੜਾ ਰੱਬ ਨਾਲ ਜੁੜਦਾ ਹੈ ਨਾ ਐਸਾ ਗੁਰਸਿੱਖ, ਉਹਨੂੰ ਸਾਹਿਬਾਣੀ ਅੰਦਰ ਬਚਨ ਕਰਦੇ ਨੇ, ਕਹਿੰਦੇ ਆਇਆ ਸਫਲ ਤਾਹੂ ਕਾ ਗਣੀਏ। ਸੰਸਾਰ ਵਿੱਚ ਆਇਆ ਹੋਇਆ ਸਫਲਾ ਉਸ ਦਾ ਗਣੀਏ ਮੈਨਾ ਗਿਣਿਆ ਜਾਂਦਾ, ਗਿਣਤੀ ਵਿੱਚ ਪੈਂਦਾ ਹੈ। ਕਿਸ ਦਾ? ਮਹਾਰਾਜ ਸਾਹਿਬ ਕਹਿੰਦੇ ਨੇ ਜਾਸ ਰਸਨ ਹਰ ਹਰ ਜਸ ਭਣੀਏ। ਜਿਹੜਾ ਜਾਸ ਪ੍ਰਭੂ ਦਾ ਜਸ ਆਪਣੀ ਰਸਨਾ ਨਾਲ ਹਰੀ ਪਰਮਾਤਮਾ ਦੇ ਜਸ ਨੂੰ ਭਣੀਏ ਮੈਨਾ ਗਾਉਂਦਾ ਹੈ ਤੇ ਆਉਂਦਾ ਹੈ, ਜਪਦਾ ਹੈ। ਔਰ ਮਹਾਰਾਜ ਕਹਿੰਦੇ ਉਹਦਾ ਆਇਆ ਹੋਇਆ ਸਫਲਾ ਹੁੰਦਾ ਹੈ ਸੰਸਾਰ ਦੇ ਵਿੱਚ, ਨਹੀਂ ਤੇ ਨਿਸਫਲਾ ਜੀਵਨ ਮਿਲ ਲੈ ਕੇ ਆਉਂਦਾ ਹੈ, ਨਿਸਫਲਾ ਬਤੀਤ ਕਰਦਾ ਹੈ, ਨਿਸਫਲਾ ਸੰਸਾਰ ਤੋਂ ਉੱਠ ਕੇ ਚਲਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਐਸੇ ਸ਼੍ਰੋਮਣੀ ਤਪਸਵੀ ਗੁਰਸਿੱਖ ਹੁੰਦੇ ਨੇ, ਉਹ ਗੁਰਸਿੱਖੀ ਦੇ ਅਸੂਲਾਂ ਨੂੰ ਅਪਣਾਉਂਦਿਆਂ ਗੁਰਮਤ ਦਾ ਤਪ ਕਰਦੇ ਸੰਸਾਰ ਦੇ ਅੰਦਰ। ਔਰ ਗੁਰਮਤ ਦਾ ਤਪ ਨਾ ਕਿ ਦੂਜਾ ਪੁੱਠੇ ਲਟਕਣਾ ਧੂਣੀਆਂ ਤਪਣੀਆਂ, ਇਹ ਗੁਰਮਤ ਦਾ ਤਪ ਨਹੀਂ ਹੈ। ਗੁਰਮਤ ਇਹ ਨਹੀਂ ਸਿਖਾਉਂਦੀ। ਕਹਿ ਲੱਗੇ ਗੁਰਸਿੱਖੇ ਗੁਰਸਿੱਖ ਜਿਹੜਾ ਉਹਦੀ ਕਰਨੀ ਕੈਸੀ ਆ? ਕਹਿੰਦੇ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ। ਕਹਿਣ ਲੱਗੇ ਗੁਰਸਿੱਖੀ ਇੰਨੀ ਇਹਦੀ ਕਮਾਈ ਸੂਖਸ਼ਮ ਰੂਪ ਵਿੱਚ ਹੈ, ਬਰੀਕੀ ਵਿੱਚ ਹੈ। ਇਹਨਾਂ ਕੁ ਆਪਣੇ ਆਪ ਨੂੰ ਬਰੀਕ ਕਰਨਾ ਹੈ, ਨਿਰਮਾਨਤਾ ਵਿੱਚ ਲਿਆਉਣਾ, ਅੰਗ ਭਾਵ ਨੂੰ ਇੰਨਾ ਕੁ ਮਟਾਉਣਾ ਜਿਵੇਂ ਖੰਡੇ ਦੀ ਧਾਰ। ਖੰਡੇ ਦੀ ਧਾਰ ਕਿੰਨੀ ਕੁ ਬਰੀਕ ਹੈ ਕਹਿੰਦੇ, ਔਰ ਖੰਡੇ ਦੀ ਧਾਰ ਜਿੰਨਾ ਬਰੀਕ ਹੋਵੇਗਾ ਉਹਦੇ ਉੱਪਰ ਚੱਲਣਾ ਹੈ। ਕਹਿੰਦੇ ਜਿਹੜੇ ਰਸਤੇ ਤੂੰ ਲੰਘਣਾ ਹੈ ਨਾ, ਤੁਰਨਾ ਹੈ ਨਾ, ਗਲੀ ਅਤ ਭੀੜੀ, ਉਹ ਜਗ੍ਹਾ ਬਹੁਤ ਸੌੜੀ ਬਹੁਤ ਘੱਟ ਹੈ ਜਿੱਥੋਂ ਦੀ ਤੂੰ ਗੁਜ਼ਰਨਾ ਹੈ, ਜਿਹਦੇ ਵੇਦੀ ਤੈਨੂੰ ਲੰਘਣਾ ਪੈਣਾ ਹੈ। ਉੱਥੇ ਟਿਕੈ ਨਾ ਪੁਨਾਹਣਾ। ਕਹਿੰਦੇ ਉਹ ਧਾਰ ਖੰਡੇ ਦੀ ਵਰਗਾ ਰਸਤਾ, ਉਹਦੇ ਉੱਪਰ ਪੁਨਾਹਣਾ ਮੈਨਾ ਹੁੰਦਾ ਜਿਵੇਂ ਮੱਛਰ। ਕਹਿੰਦੇ ਇਹ ਵੀ ਦਾਣਾ ਮੱਛਰ ਦਾ ਉਹਦੇ ਉੱਪਰ ਟਿਕ ਨਹੀਂ ਸਕਦਾ, ਉਸ ਧਾਰ ਦੇ ਉੱਪਰ, ਉਸ ਗਲੀ ਵੀਦੀ। ਤੈਨੂੰ ਸਿੱਖਾ ਇਹਦੋਂ ਵੀ ਬਰੀਕ ਹੋਣਾ ਪੈਣਾ ਹੈ ਤਾਂ ਜਾ ਕੇ ਤੂੰ ਉਹਦੇ ਵੇਦੀ ਗੁਜ਼ਰੇਗਾ। ਮਹਾਰਾਜ ਨੇ ਵੀ ਬਾਣੀ ਅੰਦਰ ਬਚਨ ਕਹਿਆ, ਖੰਡੇ ਧਾਰ ਗਲੀ ਅਤ ਭੀੜੀ। ਉਹ ਖੰਡੇ ਦੀ ਧਾਰ ਵਰਗੀ ਗਲੀ ਬਹੁਤੀ ਭੀੜੀ ਆ। ਤੇ ਕਹਿੰਦੇ ਫਿਰ ਜਦੋਂ ਪਰਮਾਤਮਾ ਲੇਖਾ ਲੈਂਦਾ ਨਾ, ਲੇਖਾ ਲੀਜੈ ਤਿਲ ਜਿਉਂ ਪੀੜੀ। ਜਿਵੇਂ ਤਿਲਾਂ ਦੀ ਕਹਾਣੀ ਪੀੜੀ ਦੀ ਹੈ ਨਾ, ਉਵੇਂ ਰੱਬ ਉਹ ਤੋਂ ਲੇਖਾ ਜੋਖਾ ਲੈਂਦਾ ਹੈ। ਕਹਿੰਦੇ ਉਹਦੇ ਉੱਪਰ ਮੱਛਰ ਦਾ ਦਾਣਾ ਵੀ ਨਹੀਂ ਟਿਕਣਾ, ਤੈਨੂੰ ਇਹਦੂ ਵੀ ਬਰੀਕੀ ਵਿੱਚ ਆਉਣਾ ਪੈਣਾ ਹੈ। ਫਿਰ ਉਹ ਮਾਰਗ ਤੇ ਖੰਡੇ ਦੀ ਧਾਰ ਤੇ ਚੱਲ ਕੇ ਪ੍ਰਭੂ ਦੇ ਨਾਲ ਇੱਕ ਮਿਕ ਹੋਵੇਂਗਾ। ਚੱਲ ਨਾ ਸਕੈ ਉੱਪਰ ਕੀੜੀ, ਕੀੜੀ ਤੁਰਦੀ, ਕੀੜੀ ਆਪਾਂ ਸਾਰੇ ਹੀ ਵੇਖਦੇ ਨਾ, ਉਹ ਵੀ ਉਹ ਮਾਰਗ ਤੇ ਨਹੀਂ ਤੁਰਦੀ ਜਿਹਦੇ ਤੇ ਗੁਰਸਿੱਖ ਤੁਰਦੇ ਨੇ, ਸਿੱਖੀ ਨੂੰ ਕਮਾਈ ਕਰਨ ਵਾਲੇ ਉਹ ਤੁਰਦੇ ਨੇ। ਉਹ ਮਾਰਗ ਐਸਾ ਹੈ
कहते वालों निक्की आखी है, वाल तो भी बरीक है, वाल नालों भी तेल तिलों लै कोलू पीड़ी। कहते तिलों नूं कोलू विच पीड़ के उहदा तेल कढ़िया जाता है और कहते ऐओ बरीकी अत दा द्रव बन गया। कहन लगे गुर सिख दी ये तपस्या है, जिवें तिल दी तपस्या ना, वो पहला बीज रूप होके आप मटाउंदा है, फिर उहदा पौधा रूप होके आउंदा है, फिर उहनूं फुੱਲ फल लगदे, फिर वो तिल बनिया, फिर उहनूं कुट्टिया कढ़िया और डंडे डुंडे खा के अपनी होंद विच आया, फिर उहनूं जाके कोलू विच पीड़िया और उन्हें अपना आप पड़ाया। फिर किसी दे दवाई च पिया, किसी दे सिर नूं लग्या, किसी दी खुराक बनिया और कहन लगे वो तिल ने भी तप कीता। और जेड़ा गुरु का सिख दी साधना इन्नी बुरीक है, इन्नियां औकड़ां दा वो सामना करदा है संसार दे विच। कहंदे वो गुरमुख दा तप है कि वो संसार दे विच पता नहीं किन्नियां दे ताने मेहने सिउंद सहंदा है और किन्नियां औकड़ां दिक्कतां दा सामना करदा है। क्योंकि आखण औखा साचा नाओ, ते कुछ विचारवान कह देंदे किहड़ा औखा है। ਐਵੇਂ जी लोगों नूं डराई तुरे जाते ने, कहो सारे सतनाम वैगुरू, वो कहणगे कोई औखी गल है, मैं भी कहता तुसीं भी कहता। तो मैं क्या बई ये गल तो वाकया बिल्कुल तेरी पाएदार है, जे इस हिसाब नाल सोचीए तो फिर तो पाएदार है, पर यह कुछ है नहीं। जो कुछ दिसदा वो है नहीं, जो अन दिसदा वो है। मैं क्या औखा ये आ गुरु रूप होना, औखा ये आ मन नूं उधर लाउणा, औखा ये आ मन ने बाहरों बोलिया बिना बोलन तो जपी जाना। ਉਹਦਾ ਕੰਮ नहीं, ये तो बाहरों 2-4 वारी असीं कहता। हुण मैं कथा करी जाना है, अंदरों ध्यान भावें होर किते तुरिया फिरे, वो ध्यान एकाग्रत करके वो गुर शब्द विच जोड़ना औखा काम ये आ। कला ये नहीं कि जिन्ना चिर सिमरन किया तो उन्ना चिर ध्यान जोड़ लिया, मुड़ के सानू और खोले जो मर्जी करिए, नहीं। पैर संभल संभल की रखना। बई संसार विच विचरदियां ऐसी गुस्ताखी, ऐसी जगह, ऐसी अवज्ञा गुनाह ना हो जावे जिहदे नाल परमात्मा तो दूरी बन जावे। हर चीज़ का ध्यान रखना। कह लगे वो गुरु के प्यारे गुरसिख ऐसे तप नूं रोज़ साधदे, रोज़ अपने आप नूं संभालदे, इन्हां औकड़ां दिक्कतां तो बचा के रखते ने। कहंदे ऐसे गुरसिख ने गुरमुख वंशी परमहंस और खीर नीर निर्णो चुंज वीड़ी। कह लगे गुरमुख जेड़े आ ना और वो परमहंस, कहंदे वो हंसां दी जिवें वंश आ ना, ते हंस की करते ने, उन्हां अगे दुध रख दिए ना, वो अपनी चुंझ पा के उहदे विचों वो दुध नूं पाड़ देंदे ने, उहदे फुट चुन लैंदे ने, वो लस्सी पानी जिहा थल्ले पिया रह जांदा है, उहनूं नहीं हंस छाउंदे। कहंदे गुरमुख जेड़े ये परमहंस सब तो वड्डे हंस ने, इन्हां दी वंश ऐसी है परमहंस ने। कहंदे जिवें वो खीर दुध नीर निर्णो चुंझ वीड़ी और चुंझ पा के उहदे विच विचा चुंझ नूं पा के दुध पानी नूं वखरा करदा, फुट खा जांदा ते पानी लस्सी जी बनिया थल्ले पिया रहन दिंदा है। कहंदे गुरमुख परमहंस इस करके ने वो संसार विच विचरदियां वीड़ी विचार करके शुभ गुणां नूं इकट्ठे कर लैंदे ने, संसार विच अवगुणां नूं छड्ड दिंदे ने। जे महाराज कबीर साहब कहंदे ना, संतो माखण खाया छाछ पीए संसार। संसार दे लोग अवगुणां नूं इकट्ठे करदे लस्सी दे तरह, कहंदे असीं तां मक्खण विचों निचोड़ कढ के खा लिया। वो रब दे प्यारे ऐसी विचार दी चुंझ नाल शुभ गुणां नूं इकट्ठा करदे ने, चंगे बचनां नूं अवगुणां ते जड़ियां ढिलियां गल्लां ने उन्हां दा त्याग कर दिंदे ने हंस दी तरह। कहंदे वो गुरमुख जेड़े ने ऐसे तप वाले सिला अलूनी चटनी
ਮਾਨਕ ਮੋਤੀ ਚੋਗ ਨਵੀੜੀ। ਕਹਿਣ ਲੱਗੇ ਉਹਨਾਂ ਨੇ ਜਿਹੜੀ ਆ ਸਿਲਾ ਅਲੂਣੀ ਚਟਨੀ, ਔਰ ਸਿਲਾ ਅਲੂਣੀ ਤੋਂ ਭਾਵ ਆ ਕਿ ਸੰਸਾਰ ਦੇ ਅੰਦਰ ਕਠਿਨਾਈਆਂ ਦਾ ਸਾਹਮਣਾ ਕਰਨਾ, ਕਠਿਨ ਤਪ ਕਰਨਾ, ਜੋ ਕੋਈ ਨਹੀਂ ਕਰ ਸਕਦਾ ਉਹਨੂੰ ਕਰਨਾ। ਕਹਿੰਦੇ ਉਹਦੇ ਵਿੱਚੋਂ ਮਾਨਕ ਮੋਤੀ ਚੋਗ ਨਵੀੜੀ, ਨਵੀੜੀ ਮੈਂ ਨਾ ਨਵੀਂ, ਮਾਨਕ ਮੋਤੀ ਹੀਰੇ ਜਿਹੜੇ ਆ ਨਾ, ਔਰ ਉਹ ਹੰਸਾਂ ਦਾ ਖਾਣਾ। ਔਰ ਕਹਿੰਦੇ ਜਿਹੜੇ ਗੁਰਸਿੱਖ ਪਿਆਰੇ ਆ ਨਾ, ਇਹ ਸੰਸਾਰ ਸਮੁੰਦਰ ਦੇ ਵਿੱਚੋਂ ਪ੍ਰਭੂ ਦੇ ਰੋਜ਼ ਨਵੇਂ ਵਿਚਾਰ ਹੋਰ ਅਪਣਾਉਂਦੇ ਨੇ, ਚੁਣ ਚੁਣ ਕੇ ਨਵੇਂ ਗੁਣ ਜਿਹੜੇ ਨੇ ਪ੍ਰਭੂ ਦੇ। ਔਰ ਕੱਲ ਕੁਝ ਹੋਰ ਅੱਜ ਨਵੀਂ ਗੱਲ ਦਾ ਪਤਾ ਲੱਗ ਗਿਆ ਪ੍ਰਭੂ ਦੀ ਦਾ, ਉਹਨੂੰ ਧਾਰਨ ਕਰ ਲਿਆ। ਕਹਿੰਦੇ ਉਹ ਨਵੀਂ ਵਿਚਾਰ ਨੂੰ ਅਪਣਾਉਂਦੇ, ਚੁਣ ਚੁਣ ਕੇ ਚੰਗੇ ਬਚਨਾਂ ਨੂੰ, ਗੁਰਮੁਖ ਮਾਰਗ ਚੱਲਣਾ। ਔਰ ਗੁਰਮੁਖ ਜਿਹੜੇ ਪ੍ਰਭੂ ਦੇ ਮਾਰਗ ਤੇ ਚੱਲਣਾ। ਤੇ ਦੁਨੀਆ ਦੇ ਲੋਗੋ ਜੇ ਤੁਰਨਾ ਹੈ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਮਾਰਗ ਚੱਲਣਾ, ਫਿਰ ਗੁਰਮੁਖਾਂ ਵਾਲੇ ਮਾਰਗ ਤੇ ਤੁਰੋ। ਜੇ ਮੰਜ਼ਲ ਤੇ ਪਹੁੰਚਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਫਿਰ ਗੁਰਮੁਖਾਂ ਵਾਲੀ ਚਾਲੀ ਚੱਲੋ। ਮੇਰੇ ਮਹਾਰਾਜ ਵੀ ਕਹਿੰਦੇ ਗੁਰਸਿੱਖ ਮੀਤ, ਔਰ ਜਿਹੜੇ ਗੁਰੂ ਕੇ ਸਿੱਖੋ ਮਿੱਤਰੋ, ਚੱਲੋ ਗੁਰ ਚਾਲੀ, ਗੁਰੂ ਵਾਲੀ ਚਾਲ ਚੱਲੋ। ਜਿਵੇਂ ਤੁਹਾਡਾ ਗੁਰੂ ਬੋਲਦਾ ਉਹ ਬੋਲ ਬੋਲੋ, ਜਿਹੜੇ ਤੁਹਾਡੇ ਗੁਰੂ ਵਿੱਚ ਗੁਣ ਨੇ ਉਹਨਾਂ ਨੂੰ ਇਕੱਠੇ ਕਰੋ। ਜਿਵੇਂ ਤੁਹਾਡਾ ਗੁਰੂ ਔਰ ਜਿਹੜੇ ਪਾਸੇ ਨੂੰ ਤੁਰਿਆ ਮਾਰਗ ਦੇ ਪਾਂਧੀ ਬਣੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਕਹਿੰਦੇ ਉਹਨਾਂ ਮਾਰਗ ਚੱਲਣਾ, ਤੇ ਮਾਰਗ ਤੇ ਚੱਲਦਿਆਂ ਆਸ ਨਿਰਾਸੀ, ਝੀੜ ਉਹ ਝੀੜੀ। ਕਹਿ ਲੱਗੇ ਉਹ ਆਸ ਜਿਹੜੀਆਂ ਇਛਾਵਾਂ ਨਾ, ਇਹ ਬੜੀਆਂ ਪ੍ਰਬਲ ਨੇ। ਕਿਤੇ ਸਿਮਰਨ ਕਰਨ ਬੈਠੇ ਹੋ, ਜਿਹੜੇ ਸਿਮਰਨ ਕਰਨ ਬੈਠਦੇ ਹੋ ਨਾ, ਸ਼ੁਰੂਆਤ ਦਾ ਤੁਹਾਨੂੰ ਦੌਰ ਮੈਂ ਦੱਸਦਾ ਹੈ, ਅੱਗੇ ਦਾ ਤਾਂ ਮੈਨੂੰ ਪਤਾ ਨਹੀਂ, ਉਹ ਤਾਂ ਅਭਿਆਸੀਆਂ ਨੂੰ ਪਤਾ। ਮੈਂ ਤਾਂ ਉਨੀ ਕੁ ਗੱਲ ਕਰਦਾ ਜਿੰਨੀ ਕੁ ਸੁਣੀ ਜਾਂ ਪੜ੍ਹੀ। ਕਿਤੇ ਗੁਰੂ ਕਿਰਪਾ ਕਰੇ ਸਾਨੂੰ ਅਭਿਆਸ ਦੀ ਦਾਤ ਮਿਲ ਜਾਵੇ ਤੇ ਕਰ ਸਕੀਏ। ਜਦੋਂ ਸ਼ੁਰੂ 'ਚ ਬੈਠੀਦਾ ਹੈ ਨਾ, ਜੇ ਨਾ ਹੋਵੇ, ਕਿਸੇ ਨੂੰ ਸ਼ੰਕਾ ਹੋਵੇ, ਤਜਰਬਾ ਕਰਕੇ ਦੇਖ ਲਿਆ ਜੇ। ਤੁਸੀਂ ਬੈਠਿਆ ਜੇ ਕਿਤੇ 2 ਮਿੰਟ 10 ਮਿੰਟ ਨਾ ਧਿਆਨ ਕਰਕੇ ਅੰਤਰਾਤਮੇ ਵਾਹਿਗੁਰੂ ਵਾਹਿਗੁਰੂ ਕਰਿਆ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਆ ਜੇ। ਜਿਹੜੀਆਂ ਗੱਲਾਂ ਤੁਹਾਨੂੰ ਤੁਰਦਿਆਂ ਫਿਰਦਿਆਂ ਸਾਰਾ ਦਿਨ ਚੇਤੇ ਨਹੀਂ ਨਾ ਆਈਆਂ, ਉਹ ਉਦੋਂ ਤੁਹਾਡੇ ਅੱਗੇ ਤਸਵੀਰਾਂ ਬਣ ਕੇ ਤੁਰੀਆਂ ਫਿਰਨਗੀਆਂ। ਇਹ ਸ਼ੁਰੂਆਤੀ ਦਾ ਦੌਰ ਹੈ, ਉਹ ਤੁਹਾਡੇ ਮੂਹਰੇ ਐਨ ਚੱਕਰ ਕੱਢਣਗੀਆਂ। ਜਿਹੜੇ ਬੰਦੇ ਨਾਲ ਕਿਤੇ ਮੁੱਦਤਾਂ ਹੋ ਗਈਆਂ, ਝਗੜਾ ਹੋਇਆ ਬਈ ਉਹਨੇ ਕੀ ਕੀਤਾ ਸੀ, ਉਹ ਤੁਹਾਡੇ ਮੂਹਰੇ ਉਹ ਝਗੜਾ ਆਣ ਕੇ ਖਲੋ ਜਾਵੇਗਾ। ਤੁਹਾਡਾ ਧਿਆਨ ਉਧਰੋਂ ਟੁੱਟੇਗਾ, ਉਧਰ ਜਾਵੇਗਾ। ਕਹਿਣ ਲੱਗੇ ਉਹ ਇਛਾਵਾਂ ਸਾਨੂੰ ਪਤਾ ਲੱਗ ਜਾਂਦਾ। ਜਿਹੜੇ ਅਭਿਆਸ ਕਰਨ ਵਾਲੇ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਮਨ ਇੱਧਰ ਨਿਕਲ ਗਿਆ। ਉਹ ਫਿਰ ਉਧਰੋਂ ਮੋੜ ਕੇ, ਉਹਨੂੰ ਉਧਰੋਂ ਤੋੜ ਕੇ ਫਿਰ ਗੁਰ ਸ਼ਬਦ ਵਿੱਚ ਜੋੜ, ਮੋੜ ਤੋੜ ਜੋੜ, ਸੰਸਾਰ ਵੱਲੋਂ ਤੋੜ, ਨਿਰੰਕਾਰ ਵੱਲੇ ਜੋੜ, ਔਰ ਸੰਸਾਰੀ ਫੁਰਨਿਆਂ ਵੱਲੋਂ ਤੋੜ, ਨਿਰੰਕਾਰ ਦੇ ਸਿਮਰਨ ਸ਼ਬਦ ਵਿੱਚ ਜੋੜ। ਇੱਕ ਦਿਨ ਐਸਾ ਜੁੜੇਗਾ ਆਨਾ। ਪਹਿਲਾਂ ਬਲਦਾਂ ਦੀ ਸਾਰੀ ਵਾਹੀ ਹੁੰਦੀ ਸੀ ਨਾ, ਬਲਦਾਂ ਦੀ, ਤੇ ਔਰ ਵਸਤੂਆਂ ਲਿਆਉਣ ਦਾ ਸਾਧਨ ਸਨ ਗੱਡੇ। ਹੁਣ ਪਹਿਲਾਂ 2 ਬਲਦਾਂ ਵਾਲੇ ਆਏ, ਫਿਰ 1 ਵਾਲੇ ਆਏ, ਹੁਣ 1 ਤੋਂ ਵੀ ਕੰਮ ਖਤਮ ਹੀ ਹੁੰਦਾ ਜਾ ਰਿਹਾ ਬਲਦਾਂ ਵਾਲਾ। ਤਾਂ ਹੁਣ ਤਾਂ ਵਹੀਕਲ ਦੂਜੇ ਆ ਗਏ। ਤੇ ਔਰ ਉਹ ਬਲਦਾਂ ਨੂੰ ਸੰਭਾਲਣਾ, ਤੇ ਬਲਦ ਜਿਹੜੇ ਔਰ ਅੜਕ ਵੈੜਕਾਣਾ ਨਾ, ਤੇ ਜੇ ਉਹਨੂੰ ਬਲਦ ਬਣਾਉਣਾ ਹੈ ਤੇ ਉਸ ਹਿਸਾਬ ਲਾ ਲਓ, ਪਹਿਲਾਂ ਤਾਂ ਗੱਡੇ ਦੇ ਨਾਲ ਬੰਨਣਾ ਪੈਂਦਾ ਸੀ। ਜੇ ਹੇਠਲੇ ਪਾਸੇ ਜਾਣਾ ਨਾ, ਖੱਬੇ ਤੇ ਖੱਬੇ ਪਾਸੇ ਬੰਨਣਾ ਪੈਂਦਾ ਸੀ। ਸੱਜੇ ਉੱਪਰਲਾ ਬਲਦ ਬਣਾਉਣਾ ਹੈ, ਉੱਪਰਲੇ ਪਾਸੇ ਬੰਨਣਾ ਪੈਂਦਾ ਸੀ। ਸੱਜੇ ਨੂੰ ਉੱਪਰਲਾ ਕਹਿੰਦੇ ਸਨ। ਤੇ ਔਰ ਉਹਨੂੰ ਉਧਰ ਬੰਨਣਾ ਪੈਂਦਾ ਸੀ। ਇਹਨੂੰ ਮੁੜਨਾ, ਇਹਨੂੰ ਉਹਦੀ ਬਰਾਬਰ ਤੁਰਨਾ, ਉਹਦੇ ਤਰ੍ਹਾਂ ਅੱਗੇ ਪਿੱਛੇ ਹੋਣਾ। ਆਵਾਜ਼ ਜੋ ਉੱਪਰ ਬੈਠਾ ਕਹਿੰਦਾ ਹੈ ਨਾ ਮਾਲਕ, ਉਹ ਇਹਨੂੰ ਸਮਝ ਪੈ ਜਾਵੇ, ਉਹਨਾਂ ਉਵੇਂ ਕਰਨਾ। ਅੜਕ ਬੈਠ ਕੇ ਇਹਨੂੰ ਜਿੱਦਣ ਜੋਣਾ, ਤੇ ਬੜਾ ਧੱਕੇ ਨਾਲ ਉਹਨੇ ਛਾਲ ਮਾਰਨੀ, ਇਹਨੂੰ ਛਾਲ ਮਾਰਨੀ, ਇਹਨੂੰ ਕਈ ਵੇਲੇ ਪੰਜਾਲੀ ਭੰਨਣ ਤੇ ਆ ਜਾਂਦਾ ਸੀ ਜਦੋਂ ਹਾਲੀ ਜੋਈਦਾ ਸੀ। ਔਰ ਕਹਿੰਦੇ ਮਨ ਜਿਹੜਾ ਹੈ ਨਾ, ਅੜਕ ਵੈੜਕੇ ਦੀ ਨੁਮਾ ਉਦੋਂ ਵੀ ਹਜ਼ਾਰਾਂ ਅੜਕ ਵੈੜਕਿਆਂ ਵਰਗਾ ਹੈ। ਜਿਵੇਂ ਉਹਦਾ ਡੰਡਾ ਮਾਰ ਕੇ ਇੱਧਰੋਂ ਇੱਧਰ ਲੱਤ ਤੋਂ ਮਾਰਿਆ, ਇੱਧਰ ਉਹਦਾ ਨੱਕ ਪਾੜਿਆ, ਇੱਧਰ
ਕਹਿੰਦੇ ਇਹਨੂੰ ਗੁਰੂ ਦੇ ਸ਼ਬਦ ਦੀਆਂ ਹੁਜਾਂ ਮਾਰ, ਇਹਨੂੰ ਸਿੱਧਾ ਕਰ। ਜਦੋਂ ਸਿੱਧਾ ਤੁਰਨ ਲੱਗ ਜਾਂਦਾ ਨਾ, ਜਿਹੜੇ ਫੁਰਨੇ ਸਤਾਉਂਦੇ ਆ, ਉਹ ਛਾਲਾਂ ਮਾਰਦਾ ਹੈ ਮਨ, ਤੇ ਉਹਨੂੰ ਅੜਕ ਬੈਠ ਕੇ ਇਹਨੂੰ ਵੀ ਹੁੰਦਾ ਵੀ ਮੇਰੇ ਗੱਲ ਨਾ ਪਾ ਦੇਣ ਪੰਜਾਲੀ, ਬਚਿਆ ਨਾ, ਮੈਂ ਨਹੀਂ ਚੱਕਣੀ, ਮੈਂ ਨਹੀਂ ਚੱਕਣੀ। ਇੱਕ ਵਾਰੀ ਆਪਦਾ ਜ਼ੋਰ ਤਾਂ ਲਾਉਂਦਾ, ਜਦੋਂ ਚੱਕਣ ਲੱਗ ਜਾਂਦਾ, ਮੈਂ ਦੇਖਿਆ, ਤੁਸੀਂ ਵੀ ਦੇਖਿਆ ਹੋਣਾ ਹੈ, ਗੱਡੇ ਘਰਾਂ ਦੇ ਵਿੱਚੋਂ ਜੋ ਕਿ ਛੱਡਦੇ ਨੇ, ਉੱਪਰ ਵਸਤੂ ਰੱਖਦੇ ਨਹੀਂ, ਉਹਨਾਂ ਆਪੇ ਹੀ ਖੇਤ ਪਹੁੰਚ ਜਾਣਾ। ਤੇ ਰਸਤੇ ਵਿੱਚ ਜਦੋਂ ਕਿਸੇ ਹਾਰਨ ਮਾਰਨਾ, ਉਹ ਇੰਨੀ ਸਿਆਣਪਤਾ ਸੀ, ਉਹ ਰਸਤਾ ਦੇ ਦਿੰਦੇ ਸਨ। ਤੇ ਉਧਰੋਂ ਉਹਨਾਂ ਰੋਟੀ ਪਾਣੀ ਛਕਿਆ, ਦੁਪਹਿਰੇ ਪੱਠੇ ਵੱਢੇ, ਲੱਦ ਕੇ ਪਿਛਲੇ ਪੈਰ ਤੋਰ ਦੇਣਾ, ਉਹਨਾਂ ਆਪਣੇ ਆਪ ਗੱਡਾ ਲੈ ਕੇ ਆ ਜਾਣਾ। ਉਹਨਾਂ ਨੇ ਸਿਰ ਮਾਰਨਾ ਦਰਵਾਜ਼ੇ ਨੂੰ, ਪਤਾ ਲੱਗ ਜਾਣਾ ਵੀ ਗੱਡਾ ਆ ਗਿਆ, ਉਹਨਾਂ ਦਰਵਾਜ਼ਾ ਖੋਲ੍ਹਤਾ, ਢੱਗੇ ਨੇ ਅੰਦਰ ਲੈ ਜਾਣਾ। ਹੁਣ ਆਪਣੇ ਆਪ ਹੀ ਸਾਰਾ ਕਰਦਾ, ਕਿਉਂਕਿ ਉਹੀ ਵੈੜਕਾ ਸੀ ਜਿਹੜਾ ਨੇੜੇ ਨਹੀਂ ਸੀ ਲੱਗਦਾ, ਕੁੱਟ-ਕੁੱਟ ਕੇ ਜੋਣਾ ਪੈਂਦਾ ਸੀ। ਮਨ ਵੀ ਅੜਕ ਵੈੜਕਾ ਹੈ, ਇਹਨੂੰ ਮੁੱਕੀਆਂ ਮਾਰ, ਇਹਨੂੰ ਤੋੜ, ਇਹਨੂੰ ਜੋੜ। ਇਹ ਐਸਾ ਸ਼ਬਦ ਵਿੱਚ ਲੀਨ ਹੋਵੇਗਾ, ਤੈਨੂੰ ਇੱਕ ਵਾਰੀ ਵਾਹਿਗੁਰੂ ਕਹਿਣ ਦੀ ਲੋੜ ਪੈ ਗਈ, ਮੁੜ ਕੇ ਸਾਰੀ ਦਿਹਾੜੀ ਆਪੇ ਹੀ ਕਹੀ ਜਾਏਗਾ। ਇਹਨੂੰ ਇੱਧਰ ਜੋੜ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੀਆਂ ਇੱਛਾ ਉਪਜਦੀਆਂ ਨਾ, ਔਰ ਮੈਂ ਜ਼ਿਆਦਾ ਵਿਸਤਾਰ 'ਚ ਨਾ ਜਾਵਾਂ, ਕਹਿੰਦੇ ਇਹਨੂੰ ਨਿਰਸਤਾ, ਇੱਧਰੋਂ ਨਿਰਇੱਛਤ ਕਰ, ਇੱਧਰੋਂ ਰਹਿਤ ਕਰ, ਇਹਨਾਂ ਫੁਰਨਿਆਂ ਤੋਂ ਰਹਿਤ ਕਰ। ਤੇ ਕਰਕੇ ਔਰ ਝੀੜ ਉਹ ਝੀੜੀ, ਔਰ ਝੀੜ ਉਹ ਝੀੜੀ ਜਿਹੜੀ ਆ, ਇਹਦਾ ਅਰਥ ਝੀੜ ਚੰਗੀ ਵੀ ਕੀਤਾ ਹੈ, ਔਰ ਜੰਗਲ ਉਜਾੜ ਵੀ ਕੀਤਾ ਹੈ, ਉਜੜ ਰਸਤਾ। ਤੇ ਡਾਕਟਰ ਭਾਈ ਵੀਰ ਸਿੰਘ ਹੁਣਾਂ ਨੇ ਇਹਦਾ ਅਰਥ ਇਹ ਕੀਤਾ ਬਈ ਸੂਖਸ਼ਮ ਤੋਂ ਸੂਖਸ਼ਮ, ਬਾਰੀਕ ਤੋਂ ਬਾਰੀਕ, ਔਰ ਅਨੁਕੂਲ ਮਾਲਕ ਦੇ, ਉਹਦੇ ਬੋਲ ਨੂੰ ਸੁਣਦਿਆਂ ਔਰ ਰਸਤਾ ਛੱਡਦੇ, ਉਹਦੇ ਬੋਲ ਨੂੰ ਸੁਣਦਿਆਂ ਖੱਬੇ ਮੁੜ, ਉਹਦੇ ਬੋਲ ਨੂੰ ਸੁਣਦਿਆਂ ਸੱਜੇ ਮੁੜ, ਉਹਦੇ ਬੋਲ ਨੂੰ ਮੰਨ ਕੇ ਸਿੱਧਾ ਤੁਰ, ਮੰਜ਼ਲ ਤੇ ਪਹੁੰਚ ਜਾਏਗਾ। ਆਪਣੇ ਆਪ ਨੂੰ ਬਾਰੀਕ ਕਰ। ਇਹ ਸਿੱਖ ਦਾ ਤਾਪੇ ਕਹਿਣ ਲੱਗੇ, ਸਹਿਜ ਸਰੋਵਰ ਸੱਚਖੰਡ, ਸਹਿਜ ਸ਼ਾਂਤੀ ਦਾ, ਆਤਮਕ ਗਿਆਨ ਦਾ ਸਰੋਵਰ ਸੱਚਖੰਡ। ਉਹ ਕੀ ਹੈ? ਸਾਧ ਸੰਗਤ। ਇੱਥੋਂ ਆਤਮਕ ਸਕੂਨ, ਆਤਮਕ ਗਿਆਨ ਮਿਲਦਾ ਹੈ। ਆ ਕਰਕੇ ਹਿਰਦੇ ਦਾ ਕਹਿੰਦੇ ਸਾਧ ਸੰਗਤ, ਸੱਚ ਤਖਤ ਹਰੀੜੀ, ਹਰੀ ਪਰਮਾਤਮਾ ਦਾ। ਔਰ ਜਿਹੜੀ ਸਾਧ ਸੰਗਤ, ਇਹ ਤਖਤ ਹੈ ਜਿਹਦੇ ਉੱਪਰ ਗੁਰੂ ਬਰਾਜਦਾ ਹੈ, ਹਿਰਦਿਆਂ ਦੇ ਉੱਪਰ ਗੁਰੂ ਬਰਾਜਦਾ ਹੈ। ਇਹ ਤਖਤ ਦੇ ਕੋਲ ਆ ਕੇ ਗੁਰੂ ਦਾ ਦੀਦਾਰ ਤੈਨੂੰ ਇੱਥੋਂ ਹੋਵੇਗਾ, ਹਲੀਮੀ ਅੰਦਰ ਆਵੇਗੀ। ਔਰ ਜਦੋਂ ਐਸੀ ਪਰਮਾਤਮਾ ਦੇ ਨਾਲ ਤੂੰ ਜੁੜ ਜਾਵੇਂਗਾ, ਹਿਰਦੇ ਦੇ ਵਿੱਚ ਵਸੇਗਾ, ਉਹ ਪ੍ਰਭੂ ਦਾ ਇਹ ਤਖਤ ਹਰੀੜੀ, ਹਰੀ ਪਰਮਾਤਮਾ ਦਾ ਸਾਧ ਸੰਗਤ ਤਖਤ ਆ। ਕਹਿੰਦੇ ਚੜ 21 ਪਤ ਪੌੜੀਆਂ, ਔਰ 21 ਵਿਸ਼ਵ, 21 ਕਹਿੰਦੇ 20 ਕਹਿੰਦੇ ਨੇ ਸੰਸਾਰ, ਸੰਸਾਰ ਤੋਂ ਅੱਗੇ ਲੰਘ ਕੇ ਇੱਕ ਨਿਰੰਕਾਰ ਨਾਲ ਜੁੜ ਜਾਣਾ। ਕਹਿੰਦੇ 21 ਪੌੜੀਆਂ ਜਿਹੜੀਆਂ ਨੇ ਪਤ ਪੌੜੀਆਂ, ਤੇਰੀ ਇੱਜ਼ਤ ਬਣ ਜਾਏਗੀ ਜਦੋਂ ਇਹ ਪੌੜੀਆਂ ਚੜ੍ਹੇਗਾ। ਏਤ ਰਾਹੇ ਪਤ ਪਵੜੀਆਂ ਚੜ੍ਹੀਏ ਹੋਏ 21। ਮਹਾਰਾਜ ਵੀ ਬਾਣੀ ਅੰਦਰ ਕਹਿੰਦੇ ਆ, ਇਹ ਪੱਤ ਦੀਆਂ, ਇੱਜ਼ਤ ਦੀਆਂ, ਆਬਰੂ ਦੀਆਂ ਪੌੜੀਆਂ ਹੀ ਇੱਕ ਇੱਕ ਕਦਮ ਗੁਰੂ ਵੱਲ ਨੂੰ ਵਧਾਣਾ। ਤੂੰ ਚੜ੍ਹਦਾ ਜਾਏਗਾ, ਗੁਰੂ ਦੀ ਰਹਿਮਤ ਦਾ ਪਾਤਰ ਬਣਦਾ ਜਾਏਗਾ। ਕਹਿੰਦੇ ਨਿਰੰਕਾਰ ਗੁਰ ਸ਼ਬਦ ਸਹੀੜੀ, ਜਿਹੜਾ ਨਿਰ ਆਕਾਰ ਹੈ ਨਾ, ਉਹਦੇ ਨਾਲ ਜੁੜ ਕੇ ਪ੍ਰਭੂ ਦੇ ਕਹਿੰਦੇ ਸ਼ਬਦ ਨੂੰ ਸਹੀੜੀ ਔਰ ਸਹੇੜਨਾ, ਅਪਣਾ ਲੈਣਾ, ਹਿਰਦੇ ਵਿੱਚ ਵਸਾ ਲੈਣਾ। ਕਹਿੰਦੇ ਉਸ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ, ਜੋ ਨਿਰ ਆਕਾਰ ਰੂਪ ਅੰਦਰ ਨਿਰਗੁਣ ਨੇ ਸਾਨੂੰ ਬਖਸ਼ਿਸ਼ ਕੀਤਾ, ਉਹਨੂੰ ਅਪਣਾ ਲੇਗਾ ਆਪਣੇ ਜੀਵਨ ਵਿੱਚ, ਤੇ ਕਹਿੰਦੇ ਉਹਦਾ ਰੂਪ ਹੋ ਜਾਵੇਗਾ। ਭਾਈ ਸਾਹਿਬ ਕਹਿੰਦੇ ਫਿਰ ਉਹਨੂੰ ਕੋਈ ਦੱਸ ਸਕਦਾ ਬਈ ਉਹ ਸ਼ਬਦ ਦਾ ਰਸ ਕਿਹੜਾ ਹੈ? ਜ਼ਬਾਨ ਉਹਨੂੰ ਦੱਸ ਨਹੀਂ ਸਕਦੀ। ਜਿਨ੍ਹੇ ਰੱਬ ਨੂੰ ਪਾਲਿਆ ਨਾ, ਉਹ ਕਹੇਗਾ ਬੜਾ ਆਨੰਦ ਜੇ, ਪਰ ਮੁਕੰਮਲ ਰੂਪ 'ਚ ਉਹਦੀ ਕੋਈ ਜਾਣਕਾਰੀ ਨਹੀਂ ਦੇ ਸਕਦਾ ਉਹ ਹੈ ਕਿੰਨਾ ਕੁ, ਔਰ ਉਹਦਾ ਆਨੰਦ ਕਿੰਨਾ ਕੁ। ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਗੂੰਗੇ ਦੀ ਮਠਿਆਈ ਹੈ। ਕਹਿੰਦੇ ਜਿਵੇਂ ਗੂੰਗਾ ਬੰਦਾ ਹੈ ਨਾ, ਉਹਨੂੰ ਕੋਈ ਮਠਿਆਈ ਖਵਾ ਦੇਵੇ ਤੇ ਫਿਰ ਉਹਨੂੰ ਪੁੱਛੇ
कहते उहदे कोल भी अल्फाज कोई नहीं वो दस सके बई उहदा आनंद इन्ना को है। ते महाराज कबीर साहब ने भी बचन कीते, कहते कहो कबीर गूंगे गुड़ खाया पूछे ते क्या कहिए। कहते गूंगे नूं गुड़ खवा दिता, ਉਹਨੂੰ ਉਹਦਾ ਸਵਾਦ ਪੁੱਛੀ, ਉਹ ਕੱਛਾ ਮਾਰੇਗਾ, ਭੁੜਕੇਗਾ, ਟੱਪੇਗਾ, ਮੁਸਕਰਾਏਗਾ, ਆਪਾਂ ਕਹਿ ਦਿੰਦੇ ਵੀ ਬੜਾ ਸਵਾਦ ਲੱਗਾ। ਕਹਿੰਦੇ ਬੋਲ ਹੀ ਨਹੀਂ ਰਹਿ ਜਾਂਦੇ ਪਰਮਾਤਮਾ ਵਾਸਤੇ ਉਹ ਕਿੰਨਾ ਕੁ ਮਿੱਠਾ ਹੈ। ਜਦੋਂ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਨੇ ਪੁੱਛਿਆ ਕਿ ਬੇਟਾ ਮਾਂ ਨੇ ਮਾਲਕ ਵੱਲੇ ਜੋੜਿਆ ਸੀ, ਧੰਨ ਭਾਗੇ ਉਸ ਮਾਂ ਦੇ ਧੰਤਾ ਜੋਗੇ ਉਹ ਮਾਂ ਨੇ ਮਾਲਕ ਵੱਲੇ ਜੋੜਿਆ ਤੋਰਿਆ। ਤੇ ਜਿੱਦਣ ਮੰਜ਼ਲ ਨੂੰ ਪਹੁੰਚਿਆ ਨਾ, ਬਾਬਾ ਫਰੀਦ ਜੀ ਮਿੱਠੇ ਦੇ ਬੜੇ ਸ਼ੌਕੀਨ ਸਨ, ਖਾਸ ਕਰ ਸ਼ੱਕਰ ਦੇ। ਤੇ ਔਰ ਜਦੋਂ ਆਏ ਮਾਂ ਨੇ ਵੇਖਿਆ ਪੁੱਤਰ ਆਇਆ ਇਬਾਦਤ ਕਰਦਾ ਹੋਇਆ, तमाम मिठियां चीज़ां इकट्ठियां कीतियां। ते मां जदों छकाउण लगी ना पुੱਤ ਨੂੰ कोल बिठा के, पुੱਤ आ भी छक, आ भी छक, आ भी खा, मिठा है तेरे लिए। और खांदियां खांदियां जदों सब छकियां, कहंदी मेरे लाल तू मालिक दे नाम नूं जप के ਉਹਦੇ रस स्वाद आनंद नूं मान लिया है। ये तमाम मिठियां चीज़ां रखियां ने मेरे पुत्रा, जिथे तू पहुँच गया है मेरे लाल, मैं वो रस नूं नहीं अजे पा सकी। मैनू इन्ना की दस दे कि इन्हां चीज़ां चों मैं सुनिया रब दा नाम बड़ा मिठा है, भी परमात्मा दा नाम किन्ना को स्वाद वाला है, किन्ने क मिठे वाला, इन्हां चों किहड़ी वस्तु वर्गा है। ते बाबा फरीद साहब ने फिर अपनी मां नूं कहा ते सानू भी दसिया चलण वालियां नूं, जो अज भाई गुरदास साहब बाबा कबीर साहब ने कहा। कह लगे फरीदा शक्कर खंड नेवात गुड़, शक्कर ते खंड नेवात मिश्री नूं कहंदे गुड़, फरीदा शक्कर खंड नेवात गुड़ माखियो शहद नूं कहंदे आ, माझा दुध मझां गावां दा दुध, सभे वस्तु मिठियां, तमाम वस्तु मिठियां ने, पर मां रब ना पुजन तुद, रब दे नाम दे बराबर इन्हां चों कोई नहीं हो सकदी। ओहदे लई बाबा साहब ने भी कह दिता, कोई बोल नहीं, कोई संसार दी वस्तु नहीं जो निरंकार दे नाम दे तुल कह सकीए, भावें तमाम मिठियां ने। भाई गुरदास साहब भी कहंदे ने, कहंदे गूंगे दी मठियाई है, जिमें गूंगे नूं मठियाई खुआ देती, वो स्वाद दस नहीं सकता। कहंदे अकथ कथा विस्माद, और बचीड़ी कहन लगे जेड़ी प्रभु दी कथा है ना, वो कथन तो रहते, और कोई भी मुकम्मल रूप च ओदा आनंद, ओदी वडियाई, कोई जुबान, कोई विद्वान और कोई भी लिखारी मुकम्मल रूप च लिख के और बचना नूं दस नहीं सकता। उहदे बचन करदा करदा विस्माद विच चला जाता है, उहदे विच अभेद हो जाता है, उहदा रूप हो जाता है, पर उहदी मुकम्मल जानकारी आद अंत नहीं वो दस सकता, उहदे विच मिल जाता है। भाई साहब कहंदे गुरमुख सुख फल सहज आलीड़ी, कहंदे गुरमुख जिहड़े आ उहदे विच मिल के वो सकून दायक सुखां दा देनहार दातार नूं फल स्वरूप नूं पा लैंदे ने, सहज शांति नाल ज्ञान नूं प्राप्त करके अलीड़ी, अलीड़ी दा अर्थ है प्राप्त करना, पा लैना। कहंदे उन्हां ने उस मालक नूं पाया, उहनूं हिरदे च वसा लिया, उहनूं टका लिया। ये भाई गुरदास साहब ने जो सानूं बचन समझाए, गुरु कृपा करे, ये गुरमुख सिखां दा तप है, ये तप नूं साधदे होए प्रभु दे नाल मिलदे ने, संसार विच ऐसियां घालणां नूं घलदे ने, उहदा रूप हुंदे आ, सुखां नूं फलीभूत जीवन नूं करन वाले प्रभु नूं पा लैंदे ने, उहनूं प्राप्त कर लैंदे ने। ये भाई साहब भाई गुरदास जी ने 11वीं वार दे अंदर सानूं बख्शिश कीती, जिवें अगे साडे ते किरपा करदे आ, साडे ते मेहर वरसाउंदे, और ਉਹਦੇ ਮੁਤਾਬਕ ਆਪਾਂ ਅੱਗੇ ਵਿਚਾਰ ਕਰਦੇ ਚੱਲਾਂਗੇ। ਲੜੀਵਾਰ ਕਥਾ ਦੇ ਦੁਆਰਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਸਤਿਗੁਰੂ ਕੀ ਸੰਗਤ, ਸਤਿਗੁਰੂ ਦੇ
ਗੁਰਮਤਿ ਦੇ ਬਚਨ ਜਾਣ ਕੇ ਹਿਰਦਿਆਂ 'ਚ ਵਸਾਇਆ ਜੇ, ਕਿਉਂਕਿ ਆਪ ਸੰਗਤ ਵਿੱਚ ਅਭਿਆਸ ਕਰਨ ਵਾਲੇ ਬੈਠੇ ਹੁੰਦੇ ਆ। ਇੱਕ ਤਾਂ ਨਾਮ ਜਪਣਾ ਹੈ, ਉਹ ਆਪਾਂ ਸਾਰੀ ਸੰਗਤ ਮਿਲ ਕੇ ਜਪ ਸਕਦੇ। ਅਭਿਆਸ ਉਦੋਂ ਹੋਣਾ ਜਦੋਂ ਤੁਸੀਂ ਇਕੱਲੇ ਚੌਂਕੜਾ ਲਾ ਕੇ ਨਾ ਸੁਰਤ ਤੇ ਸ਼ਬਦ ਹੋਇਆ, ਬਾਹਰ ਵੀ ਆਵਾਜ਼ ਨਾ ਨਿਕਲੀ, ਤੁਹਾਡੇ ਅੰਦਰ ਦੀ ਆਵਾਜ਼ ਤੁਹਾਡੇ ਕੰਨਾਂ ਨੂੰ ਸੁਣੀ, ਉਹਦੇ ਵਿੱਚ ਧਿਆਨ ਟਿਕਿਆ ਤੇ ਧਿਆਨ ਨਾਲ ਪ੍ਰਭੂ ਨਾਲ ਜਾਨਣਾ ਹੈ। ਮਹਾਰਾਜ ਦੇ ਬਚਨ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਯਤਨ ਕਰਿਆ ਕਰੋ। ਜਿਹੜਾ ਅਸੀਂ ਵਾਹਿਗੁਰੂ ਜਪਦੇ ਹਾਂ ਨਾ, ਇਹ ਨਿਰੰਤਰ ਚੱਲੇ ਤੇ ਇਕੱਲੇ ਬੈਠ ਕੇ ਜਦੋਂ ਸਮਾਂ ਮਿਲ ਜਿਓ, ਦਿਨ ਹੋਵੇ ਰਾਤ ਹੋਵੇ, ਵੈਸੇ ਤਾਂ ਅੰਮ੍ਰਿਤ ਵੇਲੇ ਦਾ ਸਮਾਂ ਸਤਿਗੁਰੂ ਨੇ ਤੇ ਸਾਡੀ ਗੁਰਮਤਿ ਨੇ ਦਰਸਾਇਆ ਹੈ। 5 ਮਿੰਟ ਹੋਵੇ ਚਾਹੇ ਉਹ 50 ਮਿੰਟ ਹੋਵੇ, ਬੈਠ ਕੇ ਉਹ ਵਾਹਿਗੁਰੂ ਵਾਹਿਗੁਰੂ 2 ਵਾਰੀ 10 ਵਾਰੀ ਬੋਲ ਕੇ ਫਿਰ ਉੱਤੇ ਧਿਆਨ ਟਿਕਾਉਣਾ। ਐਨ ਸਰੀਰ ਨੂੰ ਢਿੱਲਾ ਛੱਡ ਕੇ ਇਕਾਗਰਤਾ ਨਾਲ ਬੈਠ ਕੇ ਮਨ ਨੂੰ ਟਿਕਾ ਕੇ, ਹੋਰ ਫੁਰਨਾ ਨਹੀਂ ਉਪਜਣ ਦੇਣਾ, ਔਰ ਵਾਹਿਗੁਰੂ ਕਹਿ ਕੇ ਉਸ ਧੁਨ ਤੇ ਧਿਆਨ ਟਿਕਾ ਲੈਣਾ ਹੈ ਤੇ ਟਿਕਾ ਕੇ ਧਿਆਨ ਦੇਖਿਆ ਜੇ। ਇਹ ਅੱਗੇ ਦਾ ਆਪਣਾ ਆਪਣਾ ਅਭਿਆਸ ਹੈ। ਤੁਹਾਨੂੰ ਉਹ ਆਵਾਜ਼ 2 ਵਾਰੀ ਆਪਣੇ ਆਪ ਅੰਦਰੋਂ ਸੁਣੇ, ਭਾਵੇਂ 100 ਵਾਰੀ ਸੁਣੇ, ਬਸ ਉਹਨੂੰ ਅੰਦਰਲੀ ਆਵਾਜ਼ ਨੂੰ ਸੁਣਨਾ ਹੈ। ਜਿਵੇਂ ਜਿਵੇਂ ਉਹਨੂੰ ਸੁਣੋਗੇ ਨਾ, ਉਹ ਵੱਧਦੀ ਜਾਏਗੀ, ਆਵਾਜ਼ ਨਹੀਂ ਵੱਧਦੀ, ਸੁਰਤ ਸਾਡੀ ਅੰਦਰ ਉਤਰਦੀ ਜਾਏਗੀ ਉਹਦੇ ਤੱਕ। ਜਿਵੇਂ ਜਿਵੇਂ ਆਪਾਂ ਕਦੇ ਕੋਈ ਬੋਲ ਰਿਹਾ ਹੋਵੇ, ਗੁਰੂ ਘਰ ਦਾ ਸਪੀਕਰ ਲੱਗਾ ਨਾ, ਨੇੜੇ ਨੂੰ ਤੁਰੇ ਆਉਣੇ, ਆਵਾਜ਼ ਵੱਧਦੀ, ਉਹ ਆਵਾਜ਼ ਨਹੀਂ ਵੱਧਦੀ, ਅਸੀਂ ਨੇੜੇ ਆਉਣੇ ਹੁੰਨੇ ਆ ਤੇ ਅਸੀਂ ਜਿਵੇਂ ਉਹ ਧੁਨ ਦੇ ਨੇੜੇ ਤੁਰੇ ਜਾਵਾਂਗੇ, ਉਵੇਂ ਆਵਾਜ਼ ਉਹ ਬਹੁਤੀ ਹੁੰਦੀ ਜਾਵੇਗੀ, ਮਾਲਕ ਨਾਲ ਮਿਲ ਜਾਵਾਂਗੇ। ਫਿਰ ਸਾਡਾ ਆਇਆ ਸਫਲਾ ਹੈ, ਉਹਨੂੰ ਪ੍ਰਗਟ ਕਰਨਾ ਅੰਦਰ ਦੀ ਧੁਨ ਨੂੰ ਧਿਆਨ ਟਿਕਾ ਕੇ। ਗੁਰੂ ਕਿਰਪਾ ਕਰੇ ਸਾਨੂੰ ਮਾਜਰਾ ਸਮਝ ਆਵੇ। ਅਭਿਆਸੀਆਂ ਦੇ ਇਹ ਗੱਲ ਪਕੜ ਵਿੱਚ ਜਲਦੀ ਆ ਜਾਂਦੀ, ਜਿਹੜੇ ਅਭਿਆਸ ਕਰਦੇ ਨੇ ਗੁਰਸਿੱਖ ਪਿਆਰੇ, ਉਹਨਾਂ ਤੇ ਕਿਰਪਾ ਆ। ਆਪ ਅਭਿਆਸ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਬੈਠੇ ਹੁੰਨੇ ਹੋ, ਮੈਂ ਤਾਂ ਕੇਵਲ ਪੜ੍ਹ ਪੜ੍ਹਾ ਕੇ ਆਪ ਦੇ ਸਮਕਸ਼ ਵਿਚਾਰ ਰੱਖਦਾ ਹੈ। ਤੁਹਾਡਾ ਹੀ ਕਿਰਪਾ ਹੋ ਜਾਵੇ, ਗੁਰੂ ਕਲਗੀਧਰ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਵੇ ਔਰ ਮਤ ਬੁੱਧ ਬਖਸ਼ਿਸ਼ ਕਰਿਆ ਜੇ ਸਤਿਗੁਰੂ ਤੇ ਆਪ ਗੁਰੂ ਕੀ ਸੰਗਤ, ਜੋ ਪੜ੍ਹ ਪੜ੍ਹਾ ਕੇ ਗੁਰੂ ਆਸ਼ੇ ਅਨੁਸਾਰ ਤੇ ਗੁਰੂ ਦੀ ਮਤ ਦੇ ਬਚਨ ਨੇ, ਉਹ ਆਪ ਦੇ ਸਮਕਸ਼ ਰੱਖ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।